गुड मॉर्निंग स्टूडेंट्स ਅੱਜ ਆਪਾਂ ਆਪਣੇ ਅਗਲੇ ਚੈਪਟਰ ਟ੍ਰਾਇਲ ਬੈਲੈਂਸ ਜੋ ਕਿ ਚੈਪਟਰ ਨੰਬਰ 13 ਆ ਉਹਦੇ ਬਾਰੇ ਜਿਹੜੀ ਡਿਸਕਸ਼ਨ ਆ ਉਹ ਸਟਾਰਟ ਕਰਾਂਗੇ। ਟ੍ਰਾਇਲ ਬੈਲੈਂਸ ਹੁੰਦਾ ਕੀ ਆ? ਟ੍ਰਾਇਲ ਬੈਲੈਂਸ ਇੱਕ ਜਿਹੜਾ ਟੈਂਪਰੇਰੀ ਅਕਾਊਂਟ ਹੁੰਦਾ ਜਿਹਦੇ ਵਿੱਚ ਬਿਜ਼ਨਸ ਆਪਣੀ ਬੈਲੈਂਸ ਨੂੰ ਚੈੱਕ ਕਰਦਾ ਹੈ, ਜਿਹਦੇ ਵਿੱਚ ਬਿਜ਼ਨਸਮੈਨ ਇਹ ਦੇਖਣਾ ਹੁੰਦਾ ਹੈ ਕਿ ਇੱਕ ਅਕਾਊਂਟਿੰਗ ਪੀਰੀਅਡ ਤੋਂ ਪਹਿਲਾਂ ਜਿੰਨੇ ਵੀ ਉਹਨੇ ਡੈਬਿਟ ਕ੍ਰੈਡਿਟ ਵੈਲਿਊਜ਼ ਲਿਖੀਆਂ ਕਿ ਉਹ ਸਹੀ ਹੈ, ਯਾਨੀ ਕਿ ਜਿੰਨਾ ਉਹਨੇ ਖਰਚਾ ਕੀਤਾ ਉਨੀ ਉਹਨੂੰ ਇਨਕਮ ਹੋਈ ਆ, ਜਾਂ ਜੋ ਵੀ ਉਹਨੇ ਅਕਾਊਂਟਸ ਜਿਹੜੇ ਬਣਾਏ ਹੋਏ ਆ ਉਹਦੇ ਵਿੱਚ ਕੋਈ ਗਲਤੀ ਤਾਂ ਨਹੀਂ ਹੈਗੀ ਜਾਂ ਕੋਈ ਮਿਸਟੇਕ ਤਾਂ ਨਹੀਂ ਹੈਗੀ। ਇਹ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਨ ਦੇ ਲਈ ਟ੍ਰਾਇਲ ਬੈਲੈਂਸ ਆ ਜਿਹੜਾ ਉਹਨੂੰ ਬਣਾਇਆ ਜਾਂਦਾ। ਸੋ ਅਕਾਊਂਟਿੰਗ ਪ੍ਰੋਸੈਸ ਦੇ ਵਿੱਚ ਜੋ ਵੀ ਬਿਜ਼ਨਸ ਟ੍ਰਾਂਜੈਕਸ਼ਨਸ ਹੁੰਦੀਆਂ ਉਹਨਾਂ ਨੂੰ ਰਿਕਾਰਡ ਕੀਤਾ ਜਾਂਦਾ ਪਹਿਲਾਂ, ਫਿਰ ਉਹਨਾਂ ਨੂੰ ਕਲਾਸੀਫਾਈ ਕੀਤਾ ਜਾਂਦਾ ਔਰ ਇਹ ਸਾਰੀ ਜਿਹੜੀ ਸਮਰੀ ਆ ਪ੍ਰਪੇਅਰ ਕੀਤੀ ਜਾਂਦੀ ਹੈ। ਟ੍ਰਾਇਲ ਬੈਲੈਂਸ ਇਹਦਾ ਫਸਟ ਸਟੈਪ ਹੁੰਦਾ ਹੈ ਚੈੱਕ ਕਰਨ ਦੇ ਲਈ ਕਿ ਜੋ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕੀਤਾ ਗਿਆ ਹੈ, ਲਿਸਟ ਦੇ ਵਿੱਚ ਲਿਖਿਆ ਗਿਆ ਹੈ, ਜਾਂ ਜਿਹੜੇ ਬੈਲੈਂਸ ਆ ਜਿਹੜੇ ਇਨਕਲੂਡ ਕੀਤੇ ਗਏ ਆ ਕੈਸ਼ ਔਰ ਬੈਂਕ ਦੇ ਵਿੱਚ, ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਨ ਦੇ ਲਈ ਟ੍ਰਾਇਲ ਬੈਲੈਂਸ ਆ ਜਿਹੜੇ ਉਹਨਾਂ ਨੂੰ ਕ੍ਰੀਏਟ ਕੀਤਾ ਜਾਂਦਾ, ਉਹਨਾਂ ਨੂੰ ਰਿਕਾਰਡ ਕੀਤਾ ਜਾਂਦਾ। ਸੋ ਆਪਾਂ ਡੈਫੀਨੇਸ਼ਨ ਜਿਹੜੀ ਸੈਕਿੰਡ ਦੇਖਾਂਗੇ। ਅ ਟ੍ਰਾਇਲ ਬੈਲੈਂਸ ਇਜ਼ ਅ ਸਟੇਟਮੈਂਟ। ਕਹਿੰਦੇ ਟ੍ਰਾਇਲ ਬੈਲੈਂਸ ਇੱਕ ਤਰ੍ਹਾਂ ਦੀ ਸਟੇਟਮੈਂਟ ਆ ਆਫ ਅ ਲਿਸਟ ਆਫ all the balances standing on the ਲੈਜਰ ਅਕਾਊਂਟ। ਕਹਿੰਦੇ ਜਿੰਨੇ ਵੀ ਸਾਡੇ ਕੋਲ ਲੈਜਰ ਦੇ ਅਕਾਊਂਟ ਦੇ ਵਿੱਚ ਬੈਲੈਂਸ ਹੋਣਗੇ, ਟ੍ਰਾਇਲ ਬੈਲੈਂਸ ਨੂੰ ਲੈਜਰ ਬਣਾਉਣ ਤੋਂ ਬਾਅਦ ਬਣਾਇਆ ਜਾਂਦਾ, ਕਿਉਂਕਿ ਲੈਜਰ ਦੇ ਵਿੱਚ ਜੋ ਸਾਡਾ ਬੈਲੈਂਸ ਆ ਜਾਂਦਾ ਉਹਨੂੰ ਅਸੀਂ ਰਿਕਾਰਡ ਕਰਦੇ ਹਾਂ ਟ੍ਰਾਇਲ ਬੈਲੈਂਸ ਦੇ ਵਿੱਚ। ਔਰ ਇਹ ਦੇਖਣ ਦੇ ਲਈ ਕਿ ਜੋ ਅਸੀਂ ਰਿਕਾਰਡ ਕੀਤਾ ਹੈਗਾ ਬੈਲੈਂਸ ਉਹ ਸਹੀ ਆਇਆ, ਕੈਸ਼ ਬੁੱਕ ਦਾ ਬੈਲੈਂਸ ਜੋ ਸਾਡੇ ਕੋਲ ਆਇਆ ਉਹ ਸਹੀ ਆਇਆ, ਜਾਂ ਜੋ ਵੀ ਸਾਡੇ ਕੋਲ ਹੁਣ ਤੱਕ ਟ੍ਰਾਂਜੈਕਸ਼ਨਸ ਕੀਤੀਆਂ ਉਹ ਸਹੀ ਆਈਆਂ ਜਾਂ ਨਹੀਂ ਆਈਆਂ। ਆਫ ਅ ਕੰਸਰਨ ਐਟ ਐਨੀ ਗਿਵਨ ਟਾਈਮ। ਕਿਸੇ ਵੀ ਸਮੇਂ ਇਹਨੂੰ ਬਣਾਇਆ ਜਾ ਸਕਦਾ ਹੈ ਕਿ ਫਾਈਨੈਂਸ਼ੀਅਲ ਸਟੇਟਮੈਂਟ ਬਣਾਉਣ ਤੋਂ ਪਹਿਲਾਂ ਇਹਨੂੰ ਕਦੋਂ ਵੀ ਤਿਆਰ ਕੀਤਾ ਜਾ ਸਕਦਾ। ਇਹਦਾ ਕੋਈ ਫਿਕਸਡ ਟਾਈਮ ਨਹੀਂ ਹੁੰਦਾ ਵੀ 6 ਮਹੀਨੇ ਬਾਅਦ 7 ਮਹੀਨੇ ਬਾਅਦ ਜਾਂ ਕਦੋਂ ਵੀ। ਇਹ ਡਿਪੈਂਡ ਕਰਦਾ ਬਿਜ਼ਨਸਮੈਨ 'ਤੇ ਕਿ ਉਹ ਕਦੋਂ ਇਹਨੂੰ ਪ੍ਰਪੇਅਰ ਕਰਨਾ ਚਾਹੁੰਦਾ ਹੈ, ਔਰ ਇੱਕ ਟਾਈਮ ਤੋਂ ਬਾਅਦ ਜਦੋਂ ਉਹਨੂੰ ਲੱਗਦਾ ਹੈ ਕਿ ਮੈਂ ਰਿਕਾਰਡ ਚੈੱਕ ਕਰਨੇ ਆ, ਉਹ ਟ੍ਰਾਇਲ ਬੈਲੈਂਸ ਨੂੰ ਕ੍ਰੀਏਟ ਕਰ ਲੈਂਦਾ ਹੈ। ਇਹਦੇ ਵਿੱਚ ਉਹ ਆਪਣੇ ਸਾਰੇ ਬੈਲੈਂਸਿਸ ਦੇ ਰਿਲੇਟਡ ਜੋ ਵੀ ਡਾਊਟ ਹੁੰਦੇ ਆ ਉਹ ਕਲੀਅਰ ਕਰ ਲੈਂਦਾ ਹੈ। ਨੈਕਸਟ ਆਪਣੇ ਕੋਲ ਕੁਝ ਕਰੈਕਟਰਸ ਨੇ, ਇਹਨਾਂ ਨੂੰ ਵਿਸ਼ੇਸ਼ਤਾਵਾਂ ਕਹਿ ਦਿੰਦੇ ਆਪਾਂ ਨੋਰਮਲੀ ਕਿ ਕਿਹੜੀਆਂ ਵਿਸ਼ੇਸ਼ਤਾਵਾਂ ਹੋਣਗੀਆਂ ਟ੍ਰਾਇਲ ਬੈਲੈਂਸ ਦੀਆਂ। ਫਸਟ ਹੈਗਾ ਇਟ ਇਜ਼ ਅ ਲਿਸਟ ਆਫ ਟੋਟਲਸ ਔਰ ਬੈਲੈਂਸਿਸ ਆਫ ਆਲ ਲੈਜਰ ਅਕਾਊਂਟਸ। ਇਹ ਸਾਡੇ ਕੋਲ ਜਿਹੜੇ ਵੀ ਬੈਲੈਂਸ ਹੋਣਗੇ ਲੈਜਰ ਅਕਾਊਂਟ ਦੇ ਜਾਂ ਟੋਟਲ ਹੋਣਗੇ ਉਹਦੇ ਰਿਕਾਰਡਸ ਹੁੰਦੇ ਆ, ਲਿਸਟ ਹੁੰਦੀ ਹੈ ਜਿਹਦੇ ਵਿੱਚ ਟ੍ਰਾਇਲ ਬੈਲੈਂਸ ਦੇ ਵਿੱਚ ਲੈਜਰ ਦਾ ਟੋਟਲ ਔਰ ਬੈਲੈਂਸ ਨੂੰ ਲਿਆ ਜਾਂਦਾ ਹੈ। ਇਟ ਮੇ ਬੀ ਪ੍ਰਪੇਅਰਡ ਐਟ ਐਨੀ ਟਾਈਮ। ਸੋ ਕਿਸੇ ਵੀ ਟਾਈਮ ਦੇ ਵਿੱਚ ਇਹਨੂੰ ਅਸੀਂ ਬਣਾ ਸਕਦੇ ਹਾਂ ਔਰ ਇਹਦੇ ਵਿੱਚ ਕੋਈ ਲਿਮਿਟ ਨਹੀਂ ਹੁੰਦੀ ਕਿ ਇਹ ਕਿਸੇ ਵੀ ਟਾਈਮ ਵੀ ਇਹ 1 ਸਾਲ ਬਾਅਦ ਬਣੂਗਾ ਜਾਂ 6 ਮਹੀਨੇ ਬਾਅਦ ਬਣੂਗਾ। ਕੋਈ ਵੀ ਟਾਈਮ ਇਹਦਾ ਹੋ ਸਕਦਾ ਹੈ ਬਣਾਉਣ ਦੇ ਲਈ। ਇਟ ਇਜ਼ ਅ ਟੂਲ ਆਫ ਟੈਸਟਿੰਗ। ਜਸਟ ਇੱਕ ਤਰੀਕਾ ਇਹ ਟੈਸਟ ਕਰਨ ਦਾ ਜਿਹਦੇ ਵਿੱਚ ਬਿਜ਼ਨਸ ਦੇ ਰਿਕਾਰਡਸ ਦੀ ਜਿਹੜੀ ਇੱਕ ਐਕੂਰੇਸੀ ਆ, ਇੱਕ ਸ਼ੁੱਧਤਾ, ਉਹਨੂੰ ਚੈੱਕ ਕੀਤਾ ਜਾਂਦਾ ਕਿ ਜੋ ਅਸੀਂ ਬਿਜ਼ਨਸ ਦੇ ਰਿਕਾਰਡ ਬਣਾ ਰਹੇ ਹਾਂ ਉਹ ਸਹੀ ਵੀ ਹੈਗੇ ਆ ਜਾਂ ਨਹੀਂ। ਜੇ ਕਿਤੇ ਟ੍ਰਾਇਲ ਬੈਲੈਂਸ ਦਾ ਟੋਟਲ ਗਲਤ ਆਉਂਦਾ ਹੈ ਤਾਂ ਉਹਦਾ ਮਤਲਬ ਇਹ ਸਮਝਿਆ ਜਾਂਦਾ ਵੀ ਕੋਈ ਨਾ ਕੋਈ ਟ੍ਰਾਂਜੈਕਸ਼ਨ ਸਾਡੀ ਜਿਹੜੀ ਆ ਉਹ ਰਹਿ ਗਈ ਹੈ। ਟ੍ਰਾਇਲ ਬੈਲੈਂਸ ਦੇ ਵਿੱਚ ਸਾਡੇ ਜਿਹੜੇ ਬੈਲੈਂਸ ਹੁੰਦੇ ਆ ਉਹ ਆਟੋਮੈਟਿਕਲੀ ਇਕੁਅਲ ਆ ਜਾਂਦੇ ਆ, ਉਹਦੇ ਵਿੱਚ ਕੋਈ ਚੇਂਜ ਨਹੀਂ ਪਾਉਣਾ ਪੈਂਦਾ, ਕੁਛ ਨਹੀਂ ਕਰਨਾ ਪੈਂਦਾ। ਅਗਰ ਸਾਡੇ ਡੈਬਿਟ ਕ੍ਰੈਡਿਟ ਇਕੁਅਲ ਆ ਜਾਂਦੇ ਆ ਮਤਲਬ ਕਿ ਸਾਡਾ ਜਿਹੜਾ ਬੈਲੈਂਸ ਆ ਉਹ ਆਲਮੋਸਟ ਸਹੀ ਆ, ਜਾਂ ਅਗਰ ਕੋਈ ਉਹਨਾਂ ਨੂੰ ਹੋਰ ਚੇਂਜਸ ਲੱਗਦੇ ਆ ਤਾਂ ਉਹ ਚੈੱਕ ਕਰ ਲੈਣਗੇ ਆਪਣੇ ਅਕਾਊਂਟ ਦੇ ਵਿੱਚ। ਇਟ ਸਰਵ ਅ ਚੈੱਕ ਔਰ ਅਰਥਮੈਟਿਕਲੀ ਐਕੂਰੇਸੀ ਆਫ ਅਕਾਊਂਟਸ ਦੀ ਐਕੂਰੇਸੀ ਨੂੰ ਚੈੱਕ ਕਰਨ ਦੇ ਲਈ ਇਹਨੂੰ ਕ੍ਰੀਏਟ ਕੀਤਾ ਜਾਂਦਾ। ਕਦੋਂ ਵੀ ਨੈਕਸਟ ਹੈਗਾ ਆਪਣੇ ਕੋਲੇ ਜੋ ਫਾਈਨੈਂਸ਼ੀਅਲ ਈਅਰ ਹੁੰਦਾ ਹੈ ਉਹਦੇ ਵਿੱਚ ਜੋ ਆਪਣੇ ਕੋਲੇ ਬੈਲੈਂਸਿਸ ਹੁੰਦੇ ਆ ਲੈਜਰ ਦੇ ਉਹ ਸਾਰੇ ਆਪਾਂ ਲੈਂਦੇ ਹਾਂ ਔਰ ਉਹਨਾਂ ਨੂੰ ਰਾਈਟ ਅਪ ਕਰ ਦਿੰਦੇ ਹਾਂ ਟ੍ਰਾਇਲ ਬੈਲੈਂਸ ਦੇ ਵਿੱਚ, ਜਾਂ ਫਾਈਨੈਂਸ਼ੀਅਲ ਜਿਹੜਾ ਆਪਣੇ ਕੋਲ ਟ੍ਰਾਇਲ ਬੈਲੈਂਸ ਬਣਿਆ ਹੁੰਦਾ ਹੈ। ਔਰ ਨੋਰਮਲੀ ਉਹਦਾ ਡੈਬਿਟ ਬੈਲੈਂਸ ਔਰ ਕ੍ਰੈਡਿਟ ਬੈਲੈਂਸ ਕੀ ਹੁੰਦੇ ਸਾਡੇ ਕੋਲ ਇਕੁਅਲ ਹੁੰਦੇ ਆ ਜਦੋਂ ਵੀ ਟ੍ਰਾਇਲ ਬੈਲੈਂਸ ਨੂੰ ਕ੍ਰੀਏਟ ਕੀਤਾ ਜਾਂਦਾ। ਨੈਕਸਟ ਆਪਣੇ ਕੋਲ ਆ ਜਾਂਦੇ ਆ ਕਿ ਟਾਈਮਿੰਗ ਕੀ ਹੋਊਗੀ ਟ੍ਰਾਇਲ ਬੈਲੈਂਸ ਨੂੰ ਪ੍ਰਪੇਅਰ ਕਰਨ ਦੀ। ਸੋ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਇਹਦੀ ਕੋਈ ਟਾਈਮਿੰਗ ਨਹੀਂ ਹੋਊਗੀ, ਆਪਾਂ ਕਿਸੇ ਵੀ ਟਾਈਮ ਦੇ ਵਿੱਚ ਇਹਨੂੰ ਕ੍ਰੀਏਟ ਕਰ ਸਕਦੇ ਹਾਂ, ਈਵਨ ਕਿ ਇਹਦੀ ਐਕੂਰੇਸੀ ਨੂੰ ਚੈੱਕ ਕਰ ਸਕਦੇ ਹਾਂ ਕਿਸੇ ਵੀ ਸਮੇਂ ਦੇ ਵਿੱਚ। ਜਨਰਲੀ ਆਪਾਂ ਨੂੰ ਫਾਈਨੈਂਸ਼ੀਅਲ ਸਟੇਟਮੈਂਟ ਦੇ ਬਣਾਉਣ ਤੋਂ ਪਹਿਲਾਂ ਇਹਨੂੰ ਬਣਾਉਣਾ ਹੁੰਦਾ ਹੈ। ਫਾਈਨੈਂਸ਼ੀਅਲ ਸਟੇਟਮੈਂਟ ਜੋ ਸਾਡੀ ਬੈਲੈਂਸ ਸ਼ੀਟ, ਪ੍ਰੋਫਿਟ ਐਂਡ ਲਾਸ ਔਰ ਟ੍ਰੇਡਿੰਗ ਅਕਾਊਂਟ ਹੁੰਦੀ ਹੈ, ਉਹ ਇਹਨਾਂ ਨੂੰ ਬਣਾਉਣ ਤੋਂ ਪਹਿਲਾਂ ਟ੍ਰਾਇਲ ਬੈਲੈਂਸ ਨੂੰ ਕ੍ਰੀਏਟ ਕਰਨਾ ਹੁੰਦਾ ਹੈ। ਨੈਕਸਟ ਆ ਜਾਂਦੇ ਆ ਆਬਜੈਕਟਿਵਸ।
ਫਸਟ ਆਪਣੇ ਕੋਲ ਹੈਗਾ ਹੈ ਕਿ ਇਹ ਸਾਨੂੰ ਅਰਥਮੈਟਿਕਲੀ ਐਕੂਰੇਸੀ ਪ੍ਰੋਵਾਈਡ ਕਰਦਾ ਹੈ ਅਕਾਊਂਟਿੰਗ ਵਰਕ ਦੀ, ਜੋ ਅਸੀਂ ਪਹਿਲਾਂ ਆਲਰੇਡੀ ਕਰ ਚੁੱਕੇ ਹਾਂ। ਯਾਨੀ ਕਿ ਜਿਵੇਂ ਅਸੀਂ ਜਰਨਲ ਬਣਾਇਆ ਹੋਊਗਾ, ਜਰਨਲ ਤੋਂ ਬਾਅਦ ਲੈਜਰ ਤੋਂ ਬਾਅਦ ਜਾ ਕੇ ਟਰਾਇਲ ਬੈਲੈਂਸ ਨੂੰ ਅਸੀਂ ਕ੍ਰੀਏਟ ਕਰਦੇ ਹਾਂ, ਅਤੇ ਇਹ ਸਾਡੇ ਕੋਲ ਇੱਕ ਪ੍ਰੂਫ ਹੁੰਦਾ ਕਿ ਹਾਂ ਅਸੀਂ ਜੋ ਰਿਕਾਰਡ ਕੀਤਾ ਉਹ ਸਹੀ ਹੈ। ਬਟ ਇਹ 100% ਸ਼ੋਰ ਵੀ ਨਹੀਂ ਹੁੰਦਾ, ਕਿਉਂਕਿ ਇਹ ਕਨਕਲੂਸਿਵ ਪ੍ਰੂਫ ਨਹੀਂ ਹੁੰਦਾ। ਬਹੁਤ ਸਾਰੀਆਂ ਇੱਦਾਂ ਦੀਆਂ ਗਲਤੀਆਂ ਰਹਿ ਜਾਂਦੀਆਂ ਜਿਨ੍ਹਾਂ ਨੂੰ ਟਰਾਇਲ ਬੈਲੈਂਸ ਵੀ ਨਹੀਂ ਡਿਸਕਲੋਜ਼ ਕਰ ਪਾਉਂਦਾ, ਕਿਉਂਕਿ ਬਹੁਤ ਸਾਰੇ ਐਰਰਸ ਆ ਜਿਹੜੇ ਉਹ ਰਹਿ ਜਾਂਦੇ ਆ। ਬਟ ਇਹ ਫਿਰ ਵੀ ਇੱਕ ਤਰ੍ਹਾਂ ਦਾ ਇੱਕ ਆਟੋਮੈਟਿਕ ਜਿਹੜਾ ਪ੍ਰੂਫ ਸਾਨੂੰ ਦੱਸ ਦਿੰਦਾ ਕਿ ਹਾਂ ਇਹ ਐਟਲੀਸਟ ਆ ਜਿਹੜੇ ਸਾਡੇ ਕੋਲ ਡੈਬਿਟ ਅਤੇ ਕ੍ਰੈਡਿਟ ਇਕੁਅਲ ਤਾਂ ਆ ਰਹੇ ਆ, ਔਰ ਇਹਨਾਂ ਚੀਜ਼ਾਂ ਨਾਲ ਸਾਨੂੰ ਥੋੜ੍ਹੀ ਜਿਹੀ ਸ਼ੋਰਿਟੀ ਹੋ ਜਾਂਦੀ ਕਿ ਹਾਂ ਸਾਡੇ ਡੈਬਿਟ ਕ੍ਰੈਡਿਟ ਦਾ ਬੈਲੈਂਸ ਜਿਹੜਾ ਕੀ ਆ ਉਹ ਇਕੁਅਲ ਚੱਲ ਰਿਹਾ, ਵੀ ਜ਼ਿਆਦਾ ਚੇਂਜਸ ਨਹੀਂ ਹੈ। ਅਗਰ ਕੋਈ ਗਲਤੀ ਹੈਗੀ ਹੈ ਤਾਂ ਐਰਰ ਜਿਹੜੇ ਸਾਨੂੰ ਉਹ ਕਲੀਅਰ ਕਰਨੇ ਪੈਣਗੇ। ਬਟ ਟਰਾਇਲ ਬੈਲੈਂਸ ਦੇ ਵਿੱਚ ਸਾਨੂੰ ਆਪਣੀ ਅਕਾਊਂਟ ਬੈਲੈਂਸ ਆ ਜਿਹੜੇ ਉਹਨਾਂ ਦਾ ਪਤਾ ਚੱਲ ਜਾਂਦਾ। No doubt it is applies at one place ready reference to all the balances of the ledger account। ਕਹਿੰਦੇ ਕੋਈ ਡਾਊਟ ਨਹੀਂ ਹੈ ਵੀ ਇਹ ਜਿਹੜੇ ਇੱਕ ਪਲੇਸ ਤੋਂ ਦੂਸਰੀ ਜਗ੍ਹਾ ਜਿਹੜੇ ਡੈਬਿਟ ਬੈਲੈਂਸ ਉਹਨਾਂ ਨੂੰ ਅਸੀਂ ਲੈ ਕੇ ਜਾਂਦੇ ਹਾਂ, ਅਤੇ ਉਹ ਇੱਕ ਤਰ੍ਹਾਂ ਦਾ ਰੈਫਰੈਂਸ ਆਪਣੇ ਕੋਲ ਆ ਜਾਂਦਾ ਕਿ ਹਾਂ ਸਾਡਾ ਜਿਹੜਾ ਲੈਜਰ ਆ ਉਹ ਸਹੀ ਬਣਿਆ ਹੋਇਆ ਜਾਂ ਉਹਦੇ ਵਿੱਚ ਕੋਈ ਚੇਂਜਸ ਨਹੀਂ ਹੈ। ਇਟ ਇਜ਼ ਬੇਸਿਸ ਔਨ ਵਿਚ ਫਾਈਨਲ ਅਕਾਊਂਟ ਆਫ ਅ ਫਰਮ, ਜਾਣੀ ਕਿ ਇਹ ਬੇਸ ਕਿਹਦੇ 'ਤੇ ਹੁੰਦਾ ਹੈ, ਕਿਹਦੇ ਲਈ ਬਣਾਇਆ ਜਾਂਦਾ, ਫਾਈਨਲ ਅਕਾਊਂਟ ਦੇ ਲਈ, ਜਿਹਦੇ ਵਿੱਚ ਟ੍ਰੇਡਿੰਗ ਪ੍ਰੋਫਿਟ ਐਂਡ ਲਾਸ ਐਰ ਬੈਲੈਂਸ ਸ਼ੀਟ ਆਪਣੀ ਆ ਜਾਂਦੀ ਹੈ। ਔਰ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਡੇ ਕੋਲ ਲੈਜਰ ਦੇ ਵਿੱਚ ਜੋ ਅਸੀਂ ਬਣਾ ਚੁੱਕੇ ਹਾਂ, ਔਰ ਜੋ ਅਸੀਂ ਫਾਈਨਲ ਅਕਾਊਂਟ ਬਣਾਉਣਾ ਹੈ ਉਦੋਂ ਪਹਿਲਾਂ ਕੋਈ ਮਿਸਟੇਕ ਸਾਡੇ ਕੋਲ ਨਾ ਰਵੇ। ਇੱਕ ਨੈਕਸਟ ਆਪਣੇ ਕੋਲ ਹੈਗਾ 4th ਪੁਆਇੰਟ ਆ, ਇਟ ਸਮਰਾਈਜ਼ ਦੀ ਰਿਜ਼ਲਟ ਆਫ ਆਲ ਟ੍ਰਾਂਜੈਕਸ਼ਨ, ਕਿ ਸਾਡੇ ਕੋਲ ਜਿੰਨੀਆਂ ਵੀ ਟ੍ਰਾਂਜੈਕਸ਼ਨਸ ਹੈਗੀਆਂ ਹੈ ਟਰਾਇਲ ਬੈਲੈਂਸ ਦੇ ਵਿੱਚ, ਔਰ ਇਹ ਸਾਨੂੰ ਦੱਸਦਾ ਕਿ ਇਹ ਸਮਰਾਈਜ਼ ਆ ਜਿਹੜੀ ਉਹਨਾਂ ਦੀ ਕੀ ਹੋਊਗੀ, ਸਮਰੀ ਕੀ ਹੋਊਗੀ ਉਹਨਾਂ ਦੀ, ਸਾਰੀਆਂ ਨੂੰ ਸਮਰਾਈਜ਼ ਕਰ ਦਿੰਦਾ। ਔਰ ਇਹ ਸਾਨੂੰ ਕੁਝ ਯੂਜ਼ਫੁਲ ਇਨਫੋਰਮੇਸ਼ਨਸ ਵੀ ਪ੍ਰੋਵਾਈਡ ਕਰ ਦਿੰਦਾ ਮੈਨੇਜਮੈਂਟ ਨੂੰ, ਕਿ ਸਾਨੂੰ ਫਾਈਨਲ ਅਕਾਊਂਟ ਬਣਾਉਣ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਜ਼ਰੂਰੀ ਦੀਆਂ ਇਨਫੋਰਮੇਸ਼ਨਸ ਆ ਉਹ ਪਤਾ ਲੱਗ ਜਾਂਦੀਆਂ ਵੀ ਕਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਹੋਣਗੀਆਂ, ਕਿਹੜੀਆਂ ਚੀਜ਼ਾਂ ਸਾਡੇ ਲਈ ਕੰਪਲਸਰੀ ਆ, ਜਾਂ ਕਿਹੜੀਆਂ ਸਾਡੇ ਕੋਲ ਐਜ਼ ਅ ਐਰਰ ਇੱਥੇ ਸ਼ੋਅ ਹੋ ਸਕਦੀਆਂ। ਜਾਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਉਹ ਐਰਰਸ ਜਿਹੜੇ ਉਹ ਕੱਢਣ ਤੋਂ ਬਾਅਦ ਸਾਨੂੰ ਇਹ ਪਤਾ ਚੱਲ ਜਾਂਦਾ ਸਾਡਾ ਐਗਜ਼ੈਕਟ ਪ੍ਰੋਫਿਟ ਕਿੰਨਾ ਹੋ ਸਕਦਾ, ਸਾਡੀ ਕੈਪੀਟਲ ਕਿੰਨੀ ਹੋ ਸਕਦੀ ਆ, ਸਾਡੇ ਕੋਲ ਐਸੈਟਸ ਕਿੰਨੇ ਆ, ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ, ਜਾਂ ਸਾਡੀ ਲਾਇਬਿਲਿਟੀਜ਼ ਕਿੰਨੀਆਂ ਨੇ। ਇਫ ਐਨੀ ਐਰਰ ਇਜ਼ ਫਾਊਂਡ ਆਊਟ ਬਾਈ ਪ੍ਰਪੇਅਰਿੰਗ ਅ ਟਰਾਇਲ ਬੈਲੈਂਸ, ਕਹਿੰਦੇ ਅਗਰ ਕੋਈ ਵੀ ਐਰਰ ਇੱਦਾਂ ਦਾ ਫਾਈਂਡ ਆਊਟ ਹੋ ਜਾਂਦਾ ਹੈ ਟਰਾਇਲ ਬੈਲੈਂਸ ਨੂੰ ਪ੍ਰਪੇਅਰ ਕਰਦੇ, ਤਾਂ ਕਹਿੰਦੇ ਕੋਈ ਵੀ ਜਿਹੜੀ ਗਲਤੀ ਆ ਉਹਨੂੰ ਰੈਕਟੀਫਾਈ ਕੀਤਾ ਜਾ ਸਕਦਾ ਫਾਈਨਲ ਅਕਾਊਂਟ ਨੂੰ ਪ੍ਰਪੇਅਰ ਕਰਨ ਤੋਂ ਪਹਿਲਾਂ। ਅਗਰ ਟਰਾਇਲ ਬੈਲੈਂਸ ਨੂੰ ਬਣਾਉਂਦੇ ਟਾਈਮ ਸਾਨੂੰ ਪਤਾ ਲੱਗ ਗਿਆ ਕਿ ਕੋਈ ਇਹਦੇ ਵਿੱਚ ਮਿਸਟੇਕ ਹੈਗੀ ਆ, ਜਾਂ ਕੋਈ ਸਾਡੇ ਇਹਦੇ ਵਿੱਚ ਐਰਰਸ ਹੈਗੇ ਆ, ਤਾਂ ਅਸੀਂ ਉਹਨੂੰ ਕੀ ਆ ਕਲੀਅਰ ਕਰ ਸਕਦੇ ਹਾਂ ਫਾਈਨਲ ਅਕਾਊਂਟ ਬਣਾਉਣ ਤੋਂ ਪਹਿਲਾਂ। ਹੁਣ ਆਪਣੇ ਕੋਲ ਕੁਝ ਮੈਥਡਸ ਨੇ, ਸਾਡੇ ਕੋਲ 3 ਮੈਥਡ ਹੁੰਦੇ ਆ। ਪਹਿਲਾ ਹੁੰਦਾ ਹੈ ਟੋਟਲ ਮੈਥਡ, ਜਿਹਦੇ ਵਿੱਚ ਅਸੀਂ ਟਰਾਇਲ ਬੈਲੈਂਸ ਆ ਜਿਹੜਾ ਪ੍ਰਪੇਅਰ ਕਰਦੇ ਹਾਂ, ਉਹਦੇ ਵਿੱਚ ਅਸੀਂ ਡੈਬਿਟ ਔਰ ਕ੍ਰੈਡਿਟ ਦੋਨਾਂ ਦਾ ਜਿਹੜਾ ਲੈਜਰ ਦਾ ਜਿਹੜਾ ਟੋਟਲ ਆ ਉਹ ਕੈਰੀ ਜਿਹੜਾ ਲੈ ਕੇ ਚੱਲਦੇ ਹਾਂ, ਉਹਨੂੰ ਲੈ ਕੇ ਚੱਲਦੇ ਹਾਂ। ਉਹ ਤੋਂ ਬਾਅਦ ਹੁੰਦਾ ਬੈਲੈਂਸਿੰਗ ਮੈਥਡ, ਜਿਹਦੇ ਵਿੱਚ ਅਸੀਂ ਲੈਜਰ ਦੇ ਕੀ ਹੈ ਬੈਲੈਂਸ ਨੂੰ ਲੈ ਕੇ ਚੱਲਦੇ ਹਾਂ, ਜੋ ਅਸੀਂ ਖੁਦ ਕੈਲਕੂਲੇਟ ਕਰ ਦਿੰਦੇ ਹਾਂ। ਫਿਰ ਆ ਜਾਂਦਾ ਕੰਪਾਊਂਡ ਮੈਥਡ, ਇਹਦੇ ਵਿੱਚ ਅਸੀਂ ਟੋਟਲ ਵੀ ਲੈ ਦਿੰਦੇ ਹਾਂ ਕਈ ਵਾਰੀ, ਔਰ ਕਈ ਵਾਰੀ ਅਸੀਂ ਜਿਹੜਾ ਬੈਲੈਂਸ ਹੁੰਦਾ ਹੈ ਉਹਨੂੰ ਵੀ ਲੈ ਕੇ ਚੱਲਦੇ ਹਾਂ, ਦੋਨਾਂ ਨੂੰ ਲੈ ਕੇ ਚੱਲਦੇ ਹਾਂ। ਇਹ 3 ਮੈਥਡ ਹੁੰਦੇ ਜਦੋਂ ਵੀ ਅਸੀਂ ਟਰਾਇਲ ਬੈਲੈਂਸ ਨੂੰ ਪ੍ਰਪੇਅਰ ਕਰਦੇ ਹਾਂ। ਨੈਕਸਟ ਸਾਡੇ ਕੋਲ ਹੈਗਾ ਕਿ ਕਿਵੇਂ ਅਸੀਂ ਟਰਾਇਲ ਬੈਲੈਂਸ ਨੂੰ ਪ੍ਰਪੇਅਰ ਕਰ ਸਕਦੇ ਹਾਂ। ਲਿਸਟ ਆਫ ਬੈਲੈਂਸਿਸ, ਫਸਟਲੀ ਆਪਣੇ ਕੋਲ ਜਿੰਨੇ ਵੀ ਐਕਸਪੈਂਸਿਸ ਆ ਉਹਨਾਂ ਦਾ ਡੈਬਿਟ ਬੈਲੈਂਸ ਹੋਗਾ, ਯਾਨੀ ਕਿ ਜਿੰਨੇ ਖਰਚੇ ਹੋਣਗੇ ਅਸੀਂ ਉਹਨੂੰ ਡੈਬਿਟ ਸਾਈਡ ਸ਼ੋਅ ਕਰਾਂਗੇ। ਐਸੈਟਸ ਡਰਾਇੰਗ ਹਮੇਸ਼ਾ ਸਾਡੇ ਕੋਲ ਕੀ ਰਹਿਣਗੀਆਂ, ਡੈਬਿਟ ਸਾਈਡ ਰਹਿਣਗੀਆਂ। ਚਾਹੇ ਕੋਈ ਵੀ ਐਸੈਟ ਆ, ਚਾਹੇ ਕੋਈ ਵੀ ਡਰਾਇੰਗ ਆ, ਉਹਨੂੰ ਅਸੀਂ ਕਿੱਧਰਲੀ ਸਾਈਡ ਸ਼ੋਅ ਕਰਾਂਗੇ ਟਰਾਇਲ ਬੈਲੈਂਸ ਦੇ ਵਿੱਚ, ਡੈਬਿਟ ਸਾਈਡ। ਲਾਇਬਿਲਿਟੀਜ਼ ਐਂਡ ਕੈਪੀਟਲ ਆ ਜਿਹੜਾ ਉਹਨਾਂ ਦਾ ਹਮੇਸ਼ਾ ਕ੍ਰੈਡਿਟ ਬੈਲੈਂਸ ਹੋਊਗਾ ਇਨ ਕੇਸ ਆਫ ਟਰਾਇਲ ਬੈਲੈਂਸ। ਲਾਇਬਿਲਿਟੀਜ਼ ਸਾਡੇ ਕੋਲ ਕਿਹੜੀਆਂ ਹੋ ਸਕਦੀਆਂ, ਬਿਲ ਪੇਬਲ, ਕ੍ਰੈਡੀਟਰਸ, ਠੀਕ ਹੈ, ਇੱਦਾਂ ਦੀਆਂ ਸਾਰੀਆਂ ਲਾਇਬਿਲਿਟੀਜ਼ ਸਾਡੇ ਕੋਲ ਕੀ ਹੋਣਗੀਆਂ, ਕ੍ਰੈਡਿਟ ਬੈਲੈਂਸ। ਆਲ ਇਨਕਮ ਹੈਵ ਆ ਕ੍ਰੈਡਿਟ ਬੈਲੈਂਸ, ਜਿੰਨੀਆਂ ਵੀ ਇਨਕਮਸ ਆ ਉਹਨਾਂ ਦਾ ਕੀ ਬੈਲੈਂਸ ਹੋਊਗਾ, ਕ੍ਰੈਡਿਟ ਹੋਊਗਾ। ਫਿਰ ਸਾਡੇ ਕੋਲ ਆ ਜਾਂਦੇ ਆ ਸਨਡਰੀ ਡੈਬਿਟਰਸ ਅਕਾਊਂਟ। ਆਲ ਪਰਸਨਲ ਅਕਾਊਂਟ ਜਿਹੜੇ ਹੋਣਗੇ ਉਹਨਾਂ ਦਾ ਵੀ ਕੀ ਹੋਊਗਾ, ਡੈਬਿਟ ਬੈਲੈਂਸ ਹੋਊਗਾ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਡੈਬਿਟਰਸ ਦਾ ਹਮੇਸ਼ਾ ਬੈਲੈਂਸ ਡੈਬਿਟ ਹੋਊਗਾ, ਔਰ ਕ੍ਰੈਡੀਟਰ ਦਾ ਹਮੇਸ਼ਾ ਬੈਲੈਂਸ ਕੀ ਹੋਊਗਾ, ਕ੍ਰੈਡਿਟ ਵਾਲੇ ਜਿਹੜੇ ਸਨਡਰੀ ਕ੍ਰੈਡੀਟਰਸ ਹੁੰਦੇ ਉਹਨਾਂ ਨੂੰ ਅਸੀਂ ਹਮੇਸ਼ਾ ਕ੍ਰੈਡਿਟ ਸਾਈਡ ਹੀ ਸ਼ੋ ਆਊਟ ਕਰਾਂਗੇ।
ਨੈਕਸਟ ਸਾਡੇ ਕੋਲ ਆ ਜਾਂਦਾ ਹੈ ਕਲੋਜ਼ਿੰਗ ਸਟਾਕ। ਕਲੋਜ਼ਿੰਗ ਸਟਾਕ ਆ ਜਿਹੜਾ ਉਹ ਕੀ ਆ, ਗੁੱਡਸ ਪਰਚੇਜ਼ ਦਾ ਹੀ ਇੱਕ ਪਾਰਟ ਹੁੰਦਾ ਹੈ ਵੀ ਜਿੰਨੀਆਂ ਅਸੀਂ ਗੁੱਡਸ ਪਰਚੇਜ਼ ਕੀਤੀਆਂ ਉਹਦੇ ਵਿੱਚ ਉਹਦੀਆਂ ਯੂਜ਼ ਹੋ ਜਾਂਦੀਆਂ, ਜਿਹੜੀਆਂ ਬਚ ਜਾਂਦੀਆਂ ਉਹਨੂੰ ਅਸੀਂ ਕਲੋਜ਼ਿੰਗ ਸਟਾਕ ਦਾ ਨਾਮ ਦੇ ਦਿੰਦੇ ਹਾਂ। ਅਗਰ ਤਾਂ ਸਾਡੇ ਕੋਲ ਇਹ ਪਰਚੇਜ਼ ਪਾਈ ਹੋਈ ਹੈ ਔਰ ਅਸੀਂ ਓਪਨਿੰਗ ਸਟਾਕ ਪਾਇਆ ਹੋਇਆ ਤਾਂ ਕਲੋਜ਼ਿੰਗ ਸਟਾਕ ਆ ਜਿਹੜਾ ਉਹ ਕੀ ਆ, ਨੋਰਮਲੀ ਅਪੀਅਰ ਨਹੀਂ ਹੋਊਗਾ ਟਰਾਇਲ ਬੈਲੈਂਸ ਦੇ ਵਿੱਚ, ਕਿਉਂਕਿ ਅਸੀਂ ਆਲਰੇਡੀ ਉਹ ਪਾ ਚੁੱਕੇ ਹਾਂ ਪਰਚੇਜ਼ ਵਿੱਚ, ਔਰ ਓਪਨਿੰਗ ਜਿਹੜਾ ਸਟਾਕ ਆ ਉਹ ਵੀ ਸਾਡਾ ਪੈ ਚੁੱਕਿਆ। ਅਗਰ ਅਸੀਂ ਪਰਚੇਜ਼ ਨਹੀਂ ਪਾਇਆ ਹੈਗਾ ਤਾਂ ਹੋ ਸਕਦਾ ਕਿ ਸਾਡੇ ਕੋਲ ਕਲੋਜ਼ਿੰਗ ਸਟਾਕ ਹੈ ਜਿਹੜਾ ਉਹ ਪਾ ਦਈਏ। ਓਨਲੀ ਕਹਿੰਦੇ ਇਫ ਦਾ ਐਂਟਰੀ ਆਫ ਫॉर ਕਲੋਜ਼ਿੰਗ ਸਟਾਕ ਇਜ਼ ਪਾਸਡ ਬਿਫੋਰ ਦੀ ਪ੍ਰੈਪਰੇਸ਼ਨ ਆਫ ਟਰਾਇਲ ਬੈਲੈਂਸ ਇਟ ਕੈਨ ਬੀ ਸ਼ੋਨ ਇਨਸਾਈਡ ਦਾ ਟਰਾਇਲ ਬੈਲੈਂਸ। ਕਹਿੰਦੇ ਅਗਰ ਅਸੀਂ ਪ੍ਰੈਪਰੇਸ਼ਨ ਜਿਹੜੀ ਹੈ ਟਰਾਇਲ ਬੈਲੈਂਸ ਦੇ ਵਿੱਚ ਕਹਿੰਦੇ ਅਸੀਂ ਸ਼ੋਅ ਕਰਨੀ ਆ, ਪ੍ਰੈਪਰੇਸ਼ਨ ਤੋਂ ਪਹਿਲਾਂ ਕਰਨੀ ਹੋਊਗੀ ਟਰਾਇਲ ਬੈਲੈਂਸ ਦੇ ਬਣਾਉਣ ਤੋਂ ਪਹਿਲਾਂ, ਜਿਹਦੇ ਵਿੱਚ ਅਸੀਂ ਕਲੋਜ਼ਿੰਗ ਸਟਾਕ ਨੂੰ ਕੀ ਆ, ਹੋ ਸਕਦਾ ਜਸਟ ਐਜ਼ ਅ ਬੈਲੈਂਸ ਸ਼ੋਅ ਕਰ ਸਕਦੇ ਹਾਂ, ਓਪਨਿੰਗ ਜਾਂ ਪਰਚੇਜ਼ ਦੇ ਵਿੱਚ ਐਡ ਕਰਕੇ ਸ਼ੋਅ ਕਰ ਸਕਦੇ ਹਾਂ। ਅਦਰਵਾਈਜ਼ ਸਿੰਪਲੀ ਅਸੀਂ ਕਲੋਜ਼ਿੰਗ ਸਟਾਕ ਨੂੰ ਨਹੀਂ ਕਰ ਸਕਦੇ। ਅਗਰ ਪਰਚੇਜ਼ ਨਹੀਂ ਪਾਈ ਤਾਂ ਹੋ ਸਕਦਾ ਅਸੀਂ ਉਦੋਂ ਐਂਟਰੀ ਨੂੰ ਰਿਕਾਰਡ ਕਰੀਏ, ਅਦਰਵਾਈਜ਼ ਕਲੋਜ਼ਿੰਗ ਸਟਾਕ ਨੂੰ ਰਿਕਾਰਡ ਨਹੀਂ ਕੀਤਾ ਜਾਂਦਾ। ਸੋ ਇਹ ਸੀ ਅੱਜ ਆਪਣਾ ਇਸ ਚੈਪਟਰ ਦੇ ਵਿੱਚ ਜੋ ਵੀ ਮੇਨ ਪੁਆਇੰਟ ਸੀਗੇ ਜਿਨ੍ਹਾਂ ਨੂੰ ਆਪਾਂ ਕਵਰ ਕਰਨਾ ਸੀ। ਆਈ ਹੋਪ ਕਿ ਤੁਹਾਨੂੰ ਇਹ ਟੌਪਿਕ ਜਿਹੜਾ ਅੱਜ ਸਮਝ ਆਇਆ ਹੋਊਗਾ। ਅਗਰ ਕਿਸੇ ਨੂੰ ਕੋਈ ਡਾਊਟ ਆ ਤਾਂ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।